ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ। ਸਤਿਗੁਰੂ ਆਖਦੇ ਹਨ, ਜਿਹੜੇ ਭਗਤ ਹਨ ਉਹਨਾਂ ਦੀ ਚਾਲ ਸਾਰਿਆਂ ਨਾਲੋਂ ਵੱਖਰੀ ਹੈ। ਭਗਤਾਂ ਦਾ ਜਿਹੜਾ ਮਾਰਗ ਹੈ ਉਹ ਮਾਰਗ ਹੈ ਪ੍ਰੇਮ ਵਾਲਾ ਮਾਰਗ। ਹੁਣ ਸਤਿਗੁਰ ਦੇ ਕੋਲ ਕਈ ਤਰ੍ਹਾਂ ਦੇ ਜਗਿਆਸੂ ਆਉਂਦੇ ਹਨ, ਕਈ ਤਰ੍ਹਾਂ ਦੇ ਜਗਿਆਸੂ। ਕਈ ਜਗਿਆਸੂ, ਕਈ ਭਗਤ ਇਸ ਤਰ੍ਹਾਂ ਦੇ ਮਨ ਦੀਆਂ ਇੱਛਾਵਾਂ ਲੈ ਕੇ ਆਉਂਦੇ ਹਨ। ਕਈ ਸਿੱਖ ਜਗਿਆਸੂ, ਕਈ ਭਗਤ ਐਸੇ ਪਹੁੰਚਦੇ ਹਨ ਜੋ ਚਾਹੁੰਦੇ ਹਨ ਸਤਿਗੁਰੂ ਸਾਡੀ ਸਹਾਇਤਾ ਕਰੇ, ਰੱਖਿਆ ਕਰੇ। ਇੱਕ ਸਾਰਿਆਂ ਨਾਲੋਂ ਅਲੱਗ, ਡਿਫਰੈਂਟ, ਸਾਰਿਆਂ ਨਾਲੋਂ। ਉਹ ਕੌਣ ਹਨ? ਜਿਹੜੇ ਮਨ ਵਿੱਚ ਪ੍ਰੇਮ ਧਾਰ ਕੇ ਆਉਂਦੇ ਹਨ, ਕਿਸੇ ਪ੍ਰਕਾਰ ਦਾ ਕੋਈ ਲੋਭ ਨਹੀਂ ਕਰਦੇ। ਬਸ ਇੱਕੋ ਹੀ ਲੋਭ ਹੈ ਮਨ ਦੇ ਵਿੱਚ। ਉਹ ਕਿਹੜਾ ਲੋਭ ਹੈ? ਉਹ ਲੋਭ ਹੈ ਦਰ ਮਨ ਦੇ ਠਾਠੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਉਹਨਾਂ ਦੇ ਮਨ ਦੀ ਇਹ ਆਸਾ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉ ਤ੍ਰਿਖਾਵੰਤ ਬਿਨ ਨੀਰ। ਇਹ ਜਿਹੜੇ ਪ੍ਰੇਮ ਧਾਰ ਕੇ ਮਨ ਵਿੱਚ ਆਉਂਦੇ ਹਨ, ਕਿਸੇ ਪ੍ਰਕਾਰ ਦਾ ਕੋਈ ਲੋਭ ਨਹੀਂ ਕਰਦੇ, ਸਿਰਫ ਮਾਲਕ ਦੇ ਦਰਸ਼ਨਾਂ ਦੀ ਇੱਛਾ ਹੈ। ਇਹ ਜਿਹੜੇ ਭਗਤ ਹਨ, ਇਹਨਾਂ ਦੀ ਚਾਲ ਜਿਹੜੀ ਹੈ ਉਹ ਸਾਰਿਆਂ ਨਾਲੋਂ ਅਲੱਗ ਮੰਨੀ ਹੈ। ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਭਗਤਾਂ ਹਕੇਰੀ। ਇਹਨਾਂ ਦੀ ਚਾਲ ਜਿਹੜੀ ਹੈ ਉਹ ਸੰਸਾਰ ਨਾਲੋਂ ਥੋੜ੍ਹੀ ਜਿਹੀ ਅਲੱਗ ਹੈ। ਇਹ ਸੰਸਾਰ ਨਾਲੋਂ ਡਿਫਰੈਂਟ ਹੋ ਕੇ ਚੱਲਦੇ ਹਨ, ਅਲੱਗ ਹੋ ਕੇ। ਇਹ ਸਤਿਗੁਰ ਦੇ ਕੋਲੋਂ ਉਹਦੇ ਦਰਸ਼ਨਾਂ ਦੀ ਮੰਗ ਕਰਦੇ ਹਨ। ਇਹ ਸਤਿਗੁਰ ਨੂੰ ਆਖਦੇ ਹਨ ਕਿ ਆਪਣੇ ਦਰਸ਼ਨ ਬਖਸ਼ੋ, ਹੁਣ ਆਪਣਾ ਦਰਸ਼ ਦੇਵੋ। ਤੇ ਫਿਰ ਉਹ ਜਿਹੜਾ ਪਰਮੇਸ਼ਰ ਹੈ ਨਾ, ਜੋ ਮਾਲਕ ਪਰਮੇਸ਼ਰ ਹੈ, ਉਹਦਾ ਤੇ ਹੁਣ ਕੋਈ ਰੂਪ ਰੰਗ ਨਹੀਂ। ਉਹ ਤੇ ਇੱਕ ਪ੍ਰਕਾਸ਼ਮਾਨ ਹੈ। ਫਿਰ ਉਹ ਆਪਣੇ ਭਗਤਾਂ ਨੂੰ ਜਦੋਂ ਦਰਸ਼ਨ ਦਿੰਦਾ ਹੈ ਮਾਲਕ, ਤੇ ਮਾਲਕ ਫਿਰ ਕੀ ਕਰਦਾ ਹੈ? ਪਰਮੇਸ਼ਰ, ਉਸ ਪਰਮੇਸ਼ਰ ਨੇ ਜਿਹੜਾ ਮਾਇਆ ਦਾ ਆਸਰਾ ਲੈ ਕੇ, ਮਾਇਆ ਦਾ ਆਸਰਾ ਲੈ ਕੇ, ਅਰਥਾਤ ਜਿਹੜਾ ਉਸਨੇ ਸਰਗਣ ਸਰੂਪ ਧਾਰਨ ਕੀਤਾ ਸੀ, ਫਿਰ ਸਰਗਣ ਸਰੂਪ ਦੇ ਵਿੱਚ ਆ ਕੇ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਜਿਸ ਤਰ੍ਹਾਂ ਉਸ ਮਾਲਕ ਪਰਮੇਸ਼ਰ ਦੇ ਸਰਗਣ ਸਰੂਪ ਕਿੰਨੇ ਹਨ? ਗੁਰੂ ਨਾਨਕ ਸਾਹਿਬ ਇਹ ਪਰਮੇਸ਼ਰ ਦਾ ਸਰਗਣ ਸਰੂਪ ਹੈ। 10 ਪਾਤਸ਼ਾਹੀਆਂ ਇਹ ਮਾਲਕ ਪਰਮੇਸ਼ਰ ਦਾ ਸਰਗਣ ਸਰੂਪ ਹੈ। ਜਦੋਂ ਕੋਈ ਗੁਰਸਿੱਖ ਉਸ ਈਸ਼ਵਰ ਅੱਗੇ, ਬਾਣੀ ਦੇ ਅੱਗੇ, ਨਾਮ ਅੱਗੇ, ਸ਼ਬਦ ਅੱਗੇ ਪ੍ਰਾਰਥਨਾ ਕਰੇ, ਅਰਦਾਸ ਕਰੇ, ਜੋਦੜੀ ਕਰੇ ਕਿ ਧੰਨ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦੇਵੋ, ਫਿਰ ਉਸ ਮਾਲਕ ਨੇ ਸਰਗਣ ਸਰੂਪ ਧਾਰ ਕੇ
ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ ਸਾਨੂੰ ਦਰਸ਼ਨ ਦੇਣੇ ਹਨ। ਉਹ ਕਿਤੇ ਗਏ ਨਹੀਂ, ਸਾਡੇ ਵਿੱਚ ਹੀ ਹਨ, ਸਾਡੇ ਨਾਲ ਹੀ ਹਨ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਆਪਾਂ ਪ੍ਰਸੰਗ ਸੁਣਿਆ ਇਹਨਾਂ ਕਈ ਵਾਰ। ਭਗਤ ਨਾਮਦੇਵ ਜੀ ਨੂੰ 72 ਵਾਰ ਉਸ ਮਾਲਕ ਨੇ, ਈਸ਼ਵਰ ਨੇ ਦਰਸ਼ਨ ਦਿੱਤੇ। 72 ਵਾਰ ਭਗਤ ਨਾਮਦੇਵ ਜੀ ਨੇ ਇੱਛਾ ਕਰਨੀ, ਹੇ ਈਸ਼ਵਰ ਜੀ ਮੈਨੂੰ ਦਰਸ਼ਨ ਦੇਵੋ। ਫਿਰ ਈਸ਼ਵਰ ਨੇ ਸਰਗਣ ਸਰੂਪ ਧਾਰ ਕੇ ਭਗਤ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਦਿੱਤੇ। ਕਦੇ ਕੁੱਤੇ ਦੇ ਰੂਪ ਦੇ ਵਿੱਚ, ਕਦੇ ਅੱਗ ਦੇ ਰੂਪ ਦੇ ਵਿੱਚ, ਕਦੇ ਕਲੰਦਰ ਦੇ ਰੂਪ ਦੇ ਵਿੱਚ, ਕਦੇ ਸ਼ੇਰ ਦੇ ਰੂਪ ਦੇ ਵਿੱਚ। ਇਸ ਤਰ੍ਹਾਂ ਵਿਦਵਾਨਾਂ ਨੇ ਮੰਨਿਆ ਏ ਭਗਤ ਨਾਮਦੇਵ ਜੀ ਨੂੰ 72 ਵਾਰ ਉਸ ਮਾਲਕ ਦੇ ਦਰਸ਼ਨ ਹੋਏ। ਸੰਤ ਮੁਕਤਾ ਬਾਈ ਨੇ ਸਾਰਿਆਂ ਸੰਤਾਂ ਨੂੰ, ਮਹਾਂਪੁਰਖਾਂ ਨੂੰ ਬਿਠਾਇਆ, ਜੋਗੀਆਂ ਨੂੰ, ਤਪੀਆਂ ਨੂੰ, ਜਿੰਨੇ ਵੀ ਜਥੇ ਦੇ ਨਾਲ ਸਨ, ਸਾਰਿਆਂ ਨੂੰ ਬਿਠਾਇਆ ਤੇ ਆਖਣ ਲੱਗੀ, ਅੱਜ ਮੈਂ ਪਰਖਾਂਗੀ ਤੁਹਾਡੇ ਵਿੱਚੋਂ ਕੱਚਾ ਕਿਹੜਾ ਹੈ ਤੇ ਪੱਕਾ ਕਿਹੜਾ ਹੈ। ਸੰਤ ਮੁਕਤਾ ਬਾਈ, ਮੁਕਤਾ ਬਾਈ ਜੀ ਹੁਣ ਸਾਰਿਆਂ ਨੂੰ ਪਰਖਣ ਲੱਗ ਪਏ। ਜਿਸ ਤਰ੍ਹਾਂ ਮਾਈਆਂ ਬਾਜ਼ਾਰ ਵਿੱਚ ਭਾਂਡਾ ਲੈਣ ਨਹੀਂ ਜਾਂਦੀਆਂ ਤੇ ਭਾਂਡੇ ਨੂੰ ਖੜਕਾ ਕੇ ਵੇਂਦੀਆਂ ਹਨ, ਟਣਕਾ ਕੇ, ਕਿ ਭਾਂਡੇ ਵਿੱਚ ਕੋਈ ਖੋਟ ਨਾ ਹੋਵੇ, ਇਹਦੇ ਵਿੱਚ ਕੋਈ ਛੇਕ ਨਾ ਹੋਵੇ, ਇਹਦੇ ਵਿੱਚ ਕੋਈ ਮੋਹਰੀ ਨਾ ਹੋਵੇ, ਇਹ ਨਾ ਹੋਵੇ ਤਿੜਕਿਆ ਹੋਵੇ, ਇਸ ਲਈ ਖੜਕਾ ਕੇ ਵੇਂਦੀਆਂ ਹਨ ਮਾਈਆਂ। ਇਸੇ ਤਰ੍ਹਾਂ ਮੁਕਤਾ ਬਾਈ ਨੇ ਨਾ ਸਾਰਿਆਂ ਦੇ ਸਿਰ ਉੱਪਰ ਹੱਥ ਰੱਖਿਆ। ਹੁਣ ਭਗਤ ਨਾਮਦੇਵ ਜੀ ਮਨ ਵਿੱਚ ਇਹ ਸੋਚਣ ਲੱਗੇ ਕਿ ਮੈਂ ਤੇ ਪੱਕਾ ਹਾਂ, ਮੈਂ ਕੱਚਾ ਨਹੀਂ, ਕਿਉਂਕਿ ਮੈਨੂੰ ਤੇ 72 ਵਾਰ ਈਸ਼ਵਰ ਦੇ ਦਰਸ਼ਨ ਹੋਏ। ਜਦੋਂ ਮੁਕਤਾ ਬਾਈ ਜੀ ਭਗਤ ਨਾਮਦੇਵ ਜੀ ਦੇ ਲਾਗੇ ਆਏ, ਭਗਤ ਨਾਮਦੇਵ ਦੇ ਸਿਰ ਉੱਪਰ ਹੱਥ ਰੱਖਿਆ ਤੇ ਆਖਿਆ, ਕੱਚਾ ਕੱਚਾ ਕੱਚਾ। ਭਗਤ ਨਾਮਦੇਵ ਜੀ ਹੈਰਾਨ ਹੋ ਗਏ, ਦੋਵੇਂ ਹੱਥ ਜੋੜ ਕੇ ਆਖਣ ਲੱਗੇ, ਸੰਤ ਜੀ ਮੈਂ ਕਿਸ ਤਰ੍ਹਾਂ ਕੱਚਾ? ਮੈਨੂੰ ਤੇ ਈਸ਼ਵਰ ਨੇ 72 ਵਾਰ ਦਰਸ਼ਨ ਦਿੱਤੇ ਹਨ ਤੇ ਹੁਣ ਤੁਸੀਂ ਆਖ ਦਿੱਤਾ ਏ ਕਿ ਨਾਮਦੇਵ ਕੱਚਾ ਏ। ਤੁਸੀਂ ਕਿਹੜੇ ਤਰੀਕੇ ਨਾਲ ਮੈਨੂੰ ਕੱਚਾ ਆਖਿਆ ਏ? ਕਿਰਪਾ ਕਰੋ, ਦਇਆ ਕਰੋ ਤੇ ਮੇਰੀ ਗਤੀ ਕਰੋ, ਮੇਰੇ ਸ਼ੰਕੇ ਦੀ ਨਿਵਰਤੀ ਕਰੋ। ਸੰਤ ਮੁਕਤਾ ਬਾਈ ਜੀ ਆਖਣ ਲੱਗੇ ਕਿ ਨਾਮਦੇਵ ਤੂੰ ਆਖਦਾ ਮੈਨੂੰ 72 ਵਾਰ ਈਸ਼ਵਰ ਨੇ ਦਰਸ਼ਨ ਦਿੱਤੇ। ਠੀਕ ਹੈ, ਮੈਂ ਮੰਨਦੀ ਹਾਂ ਕਿ ਤੈਨੂੰ 72 ਵਾਰ ਈਸ਼ਵਰ ਨੇ ਦਰਸ਼ਨ ਦਿੱਤੇ ਹਨ। ਈਸ਼ਵਰ ਆਉਂਦਾ ਏ, ਤੈਨੂੰ ਦਰਸ਼ਨ ਦਿੰਦਾ ਏ, ਫਿਰ ਚਲਾ ਜਾਂਦਾ ਏ, ਆਉਂਦਾ ਏ, ਦਰਸ਼ਨ ਦਿੰਦਾ ਏ, ਫਿਰ ਚਲਾ ਜਾਂਦਾ ਏ। ਇਸ ਤਰ੍ਹਾਂ ਈਸ਼ਵਰ ਤੇਰੇ ਕੋਲ 72 ਵਾਰ ਆਇਆ। ਜਿੰਨੀ ਵਾਰ ਆਇਆ ਓਨੀ ਵਾਰ ਵਾਪਸ ਵੀ ਗਿਆ ਏ ਨਾ। ਭਗਤ ਨਾਮਦੇਵ ਜੀ ਨੇ ਆਖਿਆ, ਜੀ ਹਾਂ। ਤੇ ਸੰਤ ਮੁਕਤਾ ਬਾਈ ਜੀ ਆਖਣ ਲੱਗੇ, ਫਿਰ ਇਹ ਈਸ਼ਵਰ ਕਿਸ ਤਰ੍ਹਾਂ ਦਾ ਏ, ਜਿਹੜਾ ਕਦੇ ਆ ਜਾਂਦਾ ਏ, ਕਦੇ ਚਲਾ ਜਾਂਦਾ ਏ। ਇਸ ਲਈ ਮੈਂ ਤੇ ਕੱਚੇ ਪੱਕੇ ਦੀ ਗੱਲ ਕਰਦੀ ਹਾਂ ਕਿ ਤੂੰ ਅਜੇ ਕੱਚਾ ਏ, ਕੱਚਾ ਏ ਤੂੰ ਅਜੇ, ਕਿਉਂਕਿ ਤੇਰਾ ਈਸ਼ਵਰ ਕਦੇ ਆਉਂਦਾ ਏ, ਕਦੇ ਜਾਂਦਾ ਏ, ਕਦੇ ਆਉਂਦਾ ਏ, ਕਦੇ ਜਾਂਦਾ ਏ। ਇਸ ਲਈ ਮੈਂ ਕੱਚੇ ਪੱਕੇ ਦੀ ਪਰਖ ਕਰਦੀ ਪਈ ਹਾਂ। ਈਸ਼ਵਰ ਤੇ ਉਹ ਹੈ ਜਿਹੜਾ ਇੱਕ ਵਾਰ ਆ ਜਾਵੇ ਮੁੜ ਕੇ ਜਾਵੇ ਨਾ। ਅਸਲ ਵਿੱਚ ਪਰਮ ਪਦ ਦੀ ਮੁਕਤੀ, ਪਰਮ ਪਦ ਦੇ ਦਰਸ਼ਨ ਉਹ ਹਨ, ਬ੍ਰਹਮ ਦੇ ਦਰਸ਼ਨ ਉਹ ਹਨ, ਇੱਕ ਵਾਰੀ ਹੋ ਜਾਣ ਤੇ ਸਦਾ ਹੁੰਦੇ ਰਹਿਣ। ਤੇ ਤੇਰਾ ਈਸ਼ਵਰ ਕਦੇ ਆਉਂਦਾ ਏ, ਕਦੇ ਜਾਂਦਾ ਏ।
ਭਗਤ ਨਾਮਦੇਵ ਜੀ ਨੇ ਹੱਥ ਜੋੜੇ ਤੇ ਆਖਣ ਲੱਗੇ, ਮੇਰੀ ਨਿਵਰਤੀ ਕਰੋ ਤੇ ਮੇਰਾ ਮਾਰਗ ਦਰਸ਼ਨ ਕਰੋ। ਉਹ ਕਿਹੜਾ ਬ੍ਰਹਮ ਹੈ ਜਿਹੜਾ ਇੱਕ ਵਾਰ ਆਉਂਦਾ ਮੁੜ ਕੇ ਜਾਂਦਾ ਨਹੀਂ? ਮੈਨੂੰ ਉਸ ਬ੍ਰਹਮ ਦੇ ਦਰਸ਼ਨ ਕਰਵਾਓ। ਸੰਤ ਮੁਕਤਾ ਬਾਈ ਜੀ ਨੇ ਮਹਾਂਪੁਰਖਾਂ ਦੇ ਕੋਲ ਭੇਜ ਦਿੱਤਾ, ਜਿਹੜੇ ਬ੍ਰਹਮ ਨੇਤਰੀ ਹਨ, ਬ੍ਰਹਮ ਦੇ ਨਾਲ ਜਿਹੜੇ ਜੁੜੇ ਬ੍ਰਹਮ ਗਿਆਨੀ, ਉਹਨਾਂ ਕੋਲ ਭੇਜਿਆ। ਉਹਨਾਂ ਕੋਲ ਭੇਜ ਕੇ ਤੇ ਫਿਰ ਮਾਰਗ ਦਰਸ਼ਨ ਕੀਤਾ, ਨਾਮ ਨਾਲ ਜੋੜਿਆ ਤੇ ਆਖਣ ਲੱਗੇ, ਨਾਮਦੇਵ ਤੂੰ ਜਿਸ ਈਸ਼ਵਰ ਦੇ ਦਰਸ਼ਨ ਕਰਦਾ ਏ ਉਹ ਕਦੇ ਆਉਂਦਾ ਏ ਕਦੇ ਜਾਂਦਾ ਏ। ਤੂੰ ਅਜੇ ਤੱਕ ਉਸ ਬ੍ਰਹਮ ਨੂੰ ਨਹੀਂ ਜਾਣਿਆ ਜਿਸ ਬ੍ਰਹਮ ਨੇ ਸਾਰੇ ਬ੍ਰਹਿਮੰਡ ਦੀ ਉਤਪਤੀ ਕੀਤੀ ਹੈ, ਜਿਹਨੇ ਤੈਨੂੰ ਬਣਾਇਆ, ਜਿਹਨੂੰ ਮੈਨੂੰ ਬਣਾਇਆ। ਉਹ ਬ੍ਰਹਮ ਇੱਕ ਵਾਰ ਆ ਜਾਵੇ ਮੁੜ ਕੇ ਕਦੇ ਜਾਂਦਾ ਨਹੀਂ, ਕਦੇ ਨਹੀਂ ਜਾਂਦਾ। ਭਗਤ ਨਾਮਦੇਵ ਜੀ ਨੂੰ ਮਾਰਗ ਦਰਸ਼ਨ ਮਿਲਿਆ, ਪਰਮੇਸ਼ਰ ਦੀ ਕਮਾਈ ਕੀਤੀ ਤੇ ਅੱਜ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ 95 ਸਰੂਪ ਹੋਏ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਭਗਤ ਨਾਮਦੇਵ ਦੀ ਜਿਹੜੀ ਬਾਣੀ ਹੈ ਨਾ, ਉਹ ਬਾਣੀ ਤੇ ਵੈਸੇ ਮਰਾਠੀ ਭਾਸ਼ਾ ਵਿੱਚ ਲਿਖੀ ਸੀ। ਮਰਾਠੀ ਭਾਸ਼ਾ ਨੂੰ ਗੁਰਮੁਖੀ ਦੇ ਵਿੱਚ ਅਨੁਵਾਦ ਕੀਤਾ। ਗੁਰਮੁਖੀ ਭਾਸ਼ਾ ਵਿੱਚ ਅਨੁਵਾਦ ਕਰਕੇ ਤੇ ਗੁਰੂ ਗ੍ਰੰਥ ਜੀ ਦੇ ਅੰਦਰ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਅੰਕਿਤ ਕੀਤਾ ਗਿਆ। ਤੇ ਆਪਾਂ ਪੜ੍ਹਦੇ ਹਾਂ ਭਗਤ ਨਾਮਦੇਵ ਦੀ ਬਾਣੀ। ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਭਗਤ ਨਾਮਦੇਵ ਜੀ ਦਾ ਇੱਕ ਹੋਰ ਬੜਾ ਸੋਹਣਾ ਸ਼ਬਦ ਹੈ। ਭਗਤ ਨਾਮਦੇਵ ਜੀ ਆਖਦੇ ਹਨ, ਈਬੈ ਬੂਠਲ ਊਬੈ ਬੂਠਲ, ਬੀਠਲ ਬਿਨ ਸੰਸਾਰ ਨਹੀਂ। ਭਗਤ ਨਾਮਦੇਵ ਜੀ ਆਖਦੇ ਹਨ, ਪਹਿਲਾਂ ਜਿਹੜੇ ਮੈਂ ਈਸ਼ਵਰ ਦੇ ਦਰਸ਼ਨ ਕਰਦਾ ਸੀ ਨਾ, ਹੁਣ ਮੈਨੂੰ ਉਸ ਈਸ਼ਵਰ ਦੇ ਦਰਸ਼ਨ ਨਹੀਂ ਹੁੰਦੇ। ਹੁਣ ਮੈਨੂੰ ਉਹਦੇ ਦਰਸ਼ਨ ਹੁੰਦੇ ਹਨ ਜੋ ਚੱਤੋ ਪਹਿਰ ਮੇਰੇ ਨਾਲ ਰਹਿੰਦਾ ਹੈ। ਮੈਂ ਜਿੱਧਰ ਵੇਖਦਾ, ਖੱਬੇ ਵੇਖਦਾ, ਇੱਧਰ ਵੀ ਬੀਠਲ ਹੈ। ਜੇ ਮੈਂ ਸੱਜੇ ਵੇਖਦਾ, ਇੱਧਰ ਵੀ ਬੀਠਲ ਬੈਠਾ ਹੈ। ਮੈਨੂੰ ਹਰ ਇੱਕ ਪਾਸੇ ਉਸ ਬੀਠਲ ਦੇ ਦਰਸ਼ਨ ਹੁੰਦੇ ਹਨ, ਜੋ ਅਗੰਮ ਹੈ, ਜੋ ਅਨਾਮੀ ਹੈ, ਜੋ ਇੱਕ ਵਾਰ ਆ ਜਾਵੇ ਤੇ ਕਦੇ ਜਾਂਦਾ ਨਹੀਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੇ ਰਹਿਆ ਸਮਾਏ। ਇਸ ਨੂੰ ਧੰਨ ਗੁਰੂ ਪਿਤਾ ਨੇ ਇਸ ਤਰ੍ਹਾਂ ਵੀ ਆਖਿਆ ਹੈ, ਏਕੋ ਸੇਵੀਐ ਨਾਨਕਾ, ਜੋ ਸਭ ਮੈਂ ਰਹਿਆ ਸਮਾਏ। ਦੂਜਾ ਕਾਹੇ ਸੇਵੀਐ, ਜੋ ਜੰਮਹਿ ਤੈ ਮਰ ਜਾਏ। ਜਿਹੜਾ ਦਰਸ਼ਨ ਦੇ ਕੇ ਚਲਾ ਜਾਵੇ, ਫਿਰ ਆਵੇ, ਫਿਰ ਉਹਦੇ ਦਰਸ਼ਨ ਹੋਣ, ਫਿਰ ਚਲਾ ਜਾਂਦਾ ਏ। ਫਿਰ ਉਹਨੂੰ ਥੋੜ੍ਹਾ ਆਪਾਂ ਉਹਦਾ ਥੋੜ੍ਹਾ ਸਿਮਰਨ ਕਰਨਾ ਹੈ, ਉਹਦਾ ਆਪਾਂ ਚਿੰਤਨ ਨਹੀਂ ਕਰਨਾ। ਚਿੰਤਨ ਸਿਮਰਨ ਉਹਦਾ ਕਰੀਏ ਜਿਹੜਾ ਇੱਕ ਵਾਰ ਆ ਜਾਵੇ ਤੇ ਬਾਅਦ ਵਿੱਚ ਜਾਵੇ ਨਾ, ਕਦੇ ਨਾ ਜਾਵੇ। ਸੋ ਭਗਤ ਨਾਮਦੇਵ ਜੀ ਆਖਦੇ ਹਨ, ਮੈਨੂੰ ਉਹਦੀ ਪ੍ਰਾਪਤੀ ਹੋ ਗਈ ਹੈ ਜੋ ਆ ਜਾਂਦਾ ਮੁੜ ਕੇ ਕਦੇ ਜਾਂਦਾ ਨਹੀਂ। ਹੁਣ ਕਈਆਂ ਦੇ ਮਨ ਵਿੱਚ ਇਹ ਵੀ ਭਰਮ ਹੈ ਕਿ ਜਿੰਨੇ ਵੀ ਗੁਰੂ ਹੋਏ ਹਨ ਜਾਂ ਅਵਤਾਰੀ ਪੁਰਖ ਜਿੰਨੇ ਵੀ ਅੱਜ ਤੱਕ ਆ ਗਏ, ਉਹ ਸਾਰੇ ਚਲੇ ਗਏ ਹਨ, ਚਲੇ ਗਏ ਹਨ। ਕਈ ਆਖਦੇ ਹਨ ਗੁਰੂ ਨਾਨਕ ਸਾਹਿਬ ਵੀ ਚਲੇ ਗਏ, ਦਸ਼ਮੇਸ਼ ਪਿਤਾ ਵੀ ਚਲੇ ਗਏ। ਇਹ ਗੁਰੂ ਸਾਰੇ ਚਲੇ ਗਏ ਹਨ। ਗੁਰੂ ਉਹ ਪੂਰਾ ਜੋ ਇੱਕ ਵਾਰ ਆ ਜਾਵੇ ਕਦੇ ਜਾਵੇ ਨਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ।
ਕਈ ਆਖਦੇ ਹਨ ਗੁਰੂ ਨਾਨਕ ਸਾਹਿਬ ਨੇ ਫੇਰ ਆਉਣਾ ਹੈ। ਕਈ ਆਖਦੇ ਹਨ ਹੁਣ 10ਵੇਂ ਪਾਤਸ਼ਾਹ ਜੀ ਫੇਰ ਆਉਣਗੇ। ਕਈ ਮੂਰਖ ਵਿਦਵਾਨ ਸਟੇਜਾਂ ਤੇ ਚੜ੍ਹ ਕੇ ਆਖਦੇ ਹਨ ਹੁਣ 10ਵੇਂ ਪਾਤਸ਼ਾਹ ਦੇ ਆਉਣ ਦਾ ਸਮਾਂ ਹੋ ਗਿਆ ਹੈ, ਉਹਨਾਂ ਨੇ ਫੇਰ ਆ ਜਾਣਾ ਹੈ। ਜਦੋਂ ਆਉਣਗੇ ਤੇ ਫਿਰ ਪੰਥ ਦੀ ਚੜ੍ਹਾਈ ਹੋਵੇਗੀ, ਪੰਥ ਦਾ ਰਾਜ ਹੋਵੇਗਾ। ਤੇ ਧੰਨ ਗੁਰੂ ਪਿਤਾ ਜੀ ਆਖਦੇ ਹਨ ਸਤਿਗੁਰ ਤੇ ਇੱਕੋ ਵਾਰ ਹੁੰਦਾ ਏ, ਇੱਕ ਵਾਰ ਆ ਜਾਵੇ ਬਾਅਦ ਵਿੱਚ ਕਦੇ ਜਾਂਦਾ ਨਹੀਂ ਹੈ, ਕਦੇ ਨਹੀਂ ਜਾਂਦਾ। ਸੋ ਸਤਿਗੁਰ ਤੇ ਸਾਡੇ ਸਾਹਮਣੇ ਬੈਠੇ ਹਨ। ਨਾਲੇ ਆਪਾਂ ਆਖਦੇ ਹਾਂ ਪ੍ਰਗਟ ਗੁਰਾਂ ਕੀ ਦੇਹ, ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪ੍ਰਗਟ ਗੁਰਾਂ ਕੀ ਦੇਹ ਆਖਦੇ ਹਾਂ। ਤੇ ਨਾਲੇ ਆਪਾਂ ਆਖੀ ਜਾਂਦੇ ਹਾਂ 10ਵੇਂ ਪਾਤਸ਼ਾਹ ਨੇ ਫਿਰ ਆਉਣਾ ਹੈ। ਤੁਹਾਡੇ ਸਾਹਮਣੇ ਬੈਠਾ ਹੈ, ਫਿਰ ਵੀ ਆਖਦੇ ਆ ਉਹਨੇ ਆਉਣਾ ਹੈ ਫਿਰ। ਉਹ ਭਾਈ ਇੱਕ ਵਾਰ ਆ ਗਿਆ, ਹੁਣ ਦੁਬਾਰਾ ਨਹੀਂ ਆਵੇਗਾ, ਕਿਉਂਕਿ ਉਹ ਸਾਡੇ ਕੋਲ ਹੀ ਰਹਿ ਗਿਆ ਹੈ। ਇੱਕ ਵਾਰ ਆ ਜਾਂਦਾ ਹੈ, ਬਾਅਦ ਵਿੱਚ ਕਦੇ ਜਾਂਦਾ ਨਹੀਂ, ਸਾਡੇ ਕੋਲ ਹੀ ਰਹਿ ਜਾਂਦੇ ਹਨ। ਹਾਂ, ਸਰੀਰ ਕਰਕੇ ਸਾਡੀਆਂ ਅੱਖਾਂ ਤੋਂ ਇੱਕ ਪਾਸੇ ਹੋ ਗਏ, ਉਜਲ ਹੋ ਗਏ ਹਨ, ਤੇ ਪਰ ਸੁਰਤ ਕਰਕੇ ਆਤਮਾ ਕਰਕੇ ਸਾਡੇ ਨਾਲ ਤੇ ਸਾਡੇ ਵਿੱਚ ਹੀ ਬੈਠੇ ਹਨ। ਜੋ ਉਹਨਾਂ ਦੀ ਬਾਣੀ ਹੈ ਨਾ, ਜੋ ਬਾਣੀ ਆਪਾਂ ਪੜ੍ਹਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਗੁਰੂਆਂ ਦੀ, ਸਤਿਗੁਰ ਦੇ, ਇਹ ਆਤਮਾ ਹੈ। ਆਤਮਾ ਹੈ ਗੁਰੂ ਦੀ, ਇਹ ਗੁਰੂ ਦਾ ਹਿਰਦਾ ਹੈ। ਗ੍ਰੰਥ ਗੁਰੂ ਦਾ ਹਿਰਦਾ ਹੈ। ਤੇ ਆਤਮਾ ਜਿਹੜੀ ਹੈ ਉਹ ਜੋ ਆਪਾਂ ਬਾਣੀ ਪੜ੍ਹਦੇ ਹਾਂ, ਇਹ ਗੁਰੂ ਦੀ ਆਤਮਾ ਹੈ, ਗੁਰੂ ਦੀ ਆਤਮਾ। ਇਸ ਲਈ ਸਾਡੇ ਕੋਲ ਤੇ ਬੈਠੇ ਹਨ। ਤੇ ਫਿਰ ਵੀ ਆਪਾਂ ਮੂਰਖਾਂ ਵਾਂਗੂ ਆਖਦੇ ਹਾਂ ਹੁਣ ਗੁਰੂ ਨਾਨਕ ਨੇ ਫਿਰ ਆਉਣਾ ਹੈ, ਹੁਣ 10ਵੇਂ ਪਾਤਸ਼ਾਹ ਨੇ ਫਿਰ ਆਉਣਾ ਹੈ। ਤੁਹਾਡੇ ਕੋਲ ਹੀ ਤੇ ਬੈਠੇ ਹਨ। ਫਰਕ ਇੰਨਾ ਹੈ ਤੁਹਾਨੂੰ ਉਹਦੇ ਦਰਸ਼ਨ ਨਹੀਂ ਹੋ ਰਹੇ। ਦਰਸ਼ਨ ਇਸ ਕਰਕੇ ਨਹੀਂ ਹੋ ਰਹੇ ਕਿਉਂਕਿ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਦਰਸ਼ਨ ਹੋਏ ਹਨ ਸੰਤਾਂ ਦੀ ਸੰਗਤ ਕਰਕੇ ਤੇ ਨਾਮ ਜਪ ਕੇ ਭਗਤੀ ਕਰਕੇ, ਸਾਨੂੰ ਵੀ ਇਹੀ ਮਾਰਗ ਅਪਣਾਉਣਾ ਪਵੇਗਾ। ਇਹੀ ਮਾਰਗ ਅਸੀਂ ਵੀ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਅਤੇ ਬਾਣੀ ਦੀ ਕਮਾਈ ਕਰੀਏ, ਨਾਮ ਨੂੰ ਆਪਣਾ ਆਧਾਰ ਬਣਾਈਏ। ਤੇ ਫਿਰ ਤੁਸੀਂ ਆਪ ਹੀ ਕਹੋਗੇ ਕਿ ਬਾਣੀ ਜਿਹੜੀ ਹੈ ਨਾ, ਇਹ ਖੁਦ ਗੁਰੂ ਨਾਨਕ ਹੀ ਹੈ। ਜਿਹੜੀ ਬਾਣੀ ਹੈ ਇਹ ਖੁਦ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਬੈਠੇ ਹਨ ਸਾਡੇ ਸਾਹਮਣੇ। ਫਿਰ ਅਸੀਂ ਕਦੇ ਵੀ ਨਰਾਦਰੀ ਨਹੀਂ ਕਰਾਂਗੇ ਬਾਣੀ ਦੀ, ਕਿਉਂਕਿ ਨਰਾਦਰੀ ਹੁੰਦੀ ਹੈ ਬਾਣੀ ਦੀ। ਉਹ ਕਿਸ ਤਰ੍ਹਾਂ ਨਰਾਦਰੀ? ਇਸ ਢੰਗ ਨਾਲ ਸਤਿਗੁਰੂ ਬੋਲੀ ਜਾਣ ਤੇ ਅਸੀਂ ਸੁਣਦੇ ਨਹੀਂ। ਸਤਿਗੁਰੂ ਬੋਲਦੇ ਹਨ, ਅਸੀਂ ਨਹੀਂ ਸੁਣਦੇ, ਤੇ ਇਹਦੇ ਵਿੱਚ ਨਰਾਦਰੀ ਹੁੰਦੀ ਹੈ। ਹੁਣ ਅਸੀਂ ਆਖਦੇ ਹਾਂ ਕਿ ਫਲਾਣੇ ਬੰਦੇ ਨੇ ਇੱਥੇ ਗੁਰੂ ਗ੍ਰੰਥ ਦੀ ਨਰਾਦਰੀ ਕੀਤੀ ਹੈ, ਇਹਨੇ ਅੰਗ ਪਾੜੇ, ਇਹਨੇ ਨਰਾਦਰੀ ਕੀਤੀ। ਨਰਾਦਰੀ ਤੇ ਅਸੀਂ ਵੀ ਕਰ ਰਹੇ ਹਾਂ। ਸਭ ਤੋਂ ਵੱਡੀ ਨਰਾਦਰੀ ਉਹ ਹੁੰਦੀ ਹੈ ਕਿ ਸਤਿਗੁਰੂ ਸਾਡੇ, ਕੋਈ ਵੀ ਸਾਡੇ ਘਰ ਕੋਈ ਗੈਸਟ ਆਵੇ, ਕੋਈ ਪ੍ਰਾਹੁਣਾ ਆ ਜਾਵੇ ਸਾਡੇ ਘਰ ਵਿੱਚ, ਉਹ ਸਾਡੇ ਨਾਲ ਗੱਲਾਂ ਕਰੇ ਤੇ ਅਸੀਂ ਉਹਦੀ ਗੱਲ ਅਣਸੁਣੀ ਕਰੀਏ ਤੇ ਦੂਜਿਆਂ ਨਾਲ ਗੱਲਾਂ ਕਰੀ ਜਾਈਏ। ਤੁਹਾਨੂੰ ਇਹਦੇ ਵਿੱਚ ਆਪਣੀ ਨਰਾਦਰੀ ਇਨਸਲਟ ਮਹਿਸੂਸ ਹੋਵੇਗੀ ਕਿ ਨਹੀਂ ਹੋਵੇਗੀ? ਸਾਡੇ ਘਰ ਵਿੱਚ ਜਾਂ ਅਸੀਂ ਕਿਸੇ ਦੇ ਘਰ ਜਾਈਏ, ਕਿਸੇ ਰਿਸ਼ਤੇਦਾਰਾਂ ਦੇ ਕੋਲ, ਅਸੀਂ ਉਹਨਾਂ ਨਾਲ ਗੱਲਾਂ ਕਰੀਏ ਤੇ ਉਹ ਸਾਡੀ ਗੱਲ ਸੁਣਨ ਦੀ ਬਜਾਏ ਆਪਣੇ ਪਰਿਵਾਰ ਨਾਲ ਹੋਰ ਰਿਸ਼ਤੇਦਾਰਾਂ ਨਾਲ ਗੱਲਾਂ ਕਰੀ ਜਾਣ, ਤੇ ਫਿਰ ਸਾਨੂੰ ਹੁੰਦਾ ਹੈ ਕਿ ਮੇਰੇ ਆਉਣ ਦਾ ਇੱਥੇ ਫਾਇਦਾ ਕੀ ਹੋਇਆ? ਮੈਂ ਚੱਲ ਕੇ ਇਹਦੇ ਕੋਲ ਆਇਆ, ਇਹਨੂੰ ਮਿਲਣ ਆਇਆ, ਪਹਿਲਾਂ ਇਹਨੇ ਮੈਨੂੰ ਬੁਲਾਇਆ ਹੈ ਤੇ ਹੁਣ ਮੈਂ ਇਹਦੇ ਨਾਲ ਗੱਲਾਂ ਕਰਦਾ ਤੇ ਇਹ ਮੇਰੀ ਗੱਲ ਅਣਸੁਣੀ ਕਰਕੇ ਦੂਜਿਆਂ ਨਾਲ ਗੱਲਾਂ ਕਰੀ ਜਾਂਦਾ। ਇਹਦੇ ਵਿੱਚ ਨਰਾਦਰੀ ਹੁੰਦੀ ਹੈ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ, ਇਹ ਖੁਦ ਗੁਰੂ ਨਾਨਕ ਹੀ ਹਨ। ਜਦੋਂ ਅਸੀਂ ਇਹਨੂੰ ਆਪਣੇ ਘਰ ਲੈ ਕੇ ਜਾਂਦੇ ਹਾਂ, ਇਹਨੂੰ ਸੱਦਾ ਭੇਜਦੇ ਹਾਂ ਸਤਿਗੁਰੂ ਘਰ ਆਓ, ਫਿਰ ਇਹ ਬੋਲਦਾ 3 ਦਿਨ ਤੇ ਆਪਾਂ ਇਹਨੂੰ ਸੁਣਦੇ ਨਹੀਂ, ਫਿਰ ਇਹ ਵੱਡੀ ਨਰਾਦਰੀ ਹੁੰਦੀ ਹੈ। ਸਭ ਤੋਂ ਵੱਡੀ ਨਰਾਦਰੀ ਬੇਅਦਬੀ ਇਹੀ ਹੈ, ਸਤਿਗੁਰੂ ਬੋਲਣ ਅਸੀਂ ਸੁਣੀਏ ਨਾ।
ਇਸ ਲਈ ਜਿੰਨੇ ਸਮੇਂ ਤੱਕ ਆਪਾਂ ਨਾਮ ਨਾਲ ਜੁੜ ਕੇ ਤੇ ਬਾਣੀ ਦੀ ਤੇ ਨਾਮ ਦੀ ਕਮਾਈ ਨਹੀਂ ਨਾ ਕਰਦੇ, ਓਨੇ ਸਮੇਂ ਤੱਕ ਸਾਨੂੰ ਸਤਿਗੁਰ ਦੀ ਬਾਣੀ ਦੇ ਵਿੱਚੋਂ ਸਤਿਗੁਰ ਦੇ ਦਰਸ਼ਨ ਨਹੀਂ ਹੋਣਗੇ। ਸਤਿਗੁਰ ਦੇ ਦਰਸ਼ਨ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਵੀ ਬਾਣੀ ਹੈ, ਇਹ ਭਗਤਾਂ ਦੀ ਆਤਮਾ ਹੈ, ਇਹ ਜੋਤ ਹੈ ਗੁਰੂਆਂ ਦੀ, ਭਗਤਾਂ ਦੀ। ਆਪਾਂ ਰੋਜ਼ ਆਖਦੇ ਹਾਂ ਅਰਦਾਸ ਦੇ ਵਿੱਚ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਨਾਲੇ ਆਪਾਂ ਆਤਮਿਕ ਆਖਦੇ ਹਾਂ, ਨਾਲੇ ਜੋਤ ਵੀ ਆਖਦੇ ਹਾਂ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਦਾ ਦਰਸ਼ਨ ਤੇ ਦੀਦਾਰੇ ਦਾ ਧਿਆਨ ਧਰ। ਬੋਲੋ ਵਾਹਿਗੁਰੂ। ਆਪਾਂ ਬੋਲੀ ਜਾਂਦੇ ਹਾਂ, ਕਈ ਵੀ ਜਾਂਦੇ ਹਾਂ, ਪਰ ਇਹ ਸੋਚਦੇ ਨਹੀਂ ਮਨ ਵਿੱਚ ਕਿ ਆਤਮਾ ਤੇ ਜੋਤ ਇਹ ਗੁਰੂਆਂ ਦੀ ਆਤਮਾ ਹੈ, ਗੁਰੂ ਦੀ ਜੋਤ ਸਾਡੇ ਸਾਹਮਣੇ ਬੈਠੀ ਹੈ, ਸਾਡੇ ਸਾਹਮਣੇ। ਇਸ ਲਈ ਸਤਿਗੁਰੂ ਇੱਕ ਵਾਰ ਆ ਜਾਂਦੇ ਹਨ ਤੇ ਬਾਅਦ ਵਿੱਚ ਕਦੇ ਸਾਡੇ ਨਾਲੋਂ ਵਿਛੜਦੇ ਨਹੀਂ, ਕਦੇ ਨਹੀਂ ਜਾਂਦੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਉਸ ਬ੍ਰਹਮ ਦੇ ਦਰਸ਼ਨ ਕੀਤੇ। ਜੋ ਬ੍ਰਹਮ ਇੱਕ ਵਾਰ ਆ ਜਾਂਦਾ, ਦਰਸ਼ਨ ਦੇ ਦਿੰਦਾ ਏ ਤੇ ਬਾਅਦ ਵਿੱਚ ਕਦੇ ਅੱਖਾਂ ਤੋਂ ਓਝਲ ਨਹੀਂ ਹੁੰਦਾ। ਬ੍ਰਹਮ ਕਦੇ ਜਾਂਦਾ ਨਹੀਂ, ਸਦਾ ਫਿਰ ਉਹਦੇ ਦਰਸ਼ਨ ਹੁੰਦੇ ਰਹਿੰਦੇ ਹਨ। ਬਾਣੀ ਵੀ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਬੈਠੀ ਏ। ਇਹ ਉਸ ਪਰਮਾਤਮਾ ਦਾ ਸਰਗੁਣ ਸਰੂਪ ਹੈ ਬਾਣੀ, ਤੇ ਇਸ ਬਾਣੀ ਨੂੰ ਪੜ੍ਹ ਕੇ ਆਪਾਂ ਨਿਰਗੁਣ ਸਰੂਪ ਨਾਲ ਜੁੜਨਾ ਹੈ। ਇਸ ਬਾਣੀ ਨੇ ਸਾਨੂੰ ਉਸ ਪਰਮਾਤਮਾ, ਉਸ ਸਰੂਪ ਨਾਲ ਜੋੜਨਾ ਹੈ ਜੋ ਇੱਕ ਪ੍ਰਕਾਸ਼ ਹੈ, ਜੋ ਇੱਕ ਜੋਤ ਹੈ, ਜਿਹਦੇ ਵਿੱਚ ਬੇਅੰਤ ਤਰ੍ਹਾਂ ਦੇ ਅਨਹਤ ਵਾਜੇ ਵੱਜਦੇ ਹਨ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਜਿਹਦੇ ਘਰ ਵਿੱਚ ਬੇਅੰਤ ਤਰ੍ਹਾਂ ਦੇ, ਅਨੰਤ ਤਰ੍ਹਾਂ ਦੇ ਵਾਜੇ ਵੱਜ ਰਹੇ ਹਨ। ਕਿੰਨੇ ਵਜਾਉਣ ਵਾਲੇ ਬੈਠੇ ਹਨ। ਜਿਹਦੇ ਘਰ ਵਿੱਚ ਨਾਮ ਜਪਤ ਕੋਟ ਸੂਰ ਉਜਾਰਾ, ਜਿਹਦੇ ਘਰ ਵਿੱਚ ਕਰੋੜਾਂ ਸੂਰਜਾਂ ਜਿੰਨਾ ਚਾਨਣ ਤੇ ਪ੍ਰਕਾਸ਼। ਇਸ ਬਾਣੀ ਨੇ, ਪਰਮਾਤਮਾ ਦੇ ਇਸ ਸਰਗੁਣ ਸਰੂਪ ਨੇ ਸਾਨੂੰ ਉਸ ਪਰਮਾਤਮਾ ਤੱਕ ਲੈ ਕੇ ਜਾਣਾ ਹੈ ਜੀ।